ਹੈਲੋ ਦੋਸਤੋ, ਮੇਰਾ ਨਾਮ ਪਰਮਜੀਤ ਤੇ ਤੁਹਾਡਾ ਇਸ ਚੈਨਲ ਦੇ ਵਿੱਚ ਸਵਾਗਤ ਕਰਦਾ ਹਾਂ। ਤੇ ਕੱਲ ਇੰਸਟਾਗ੍ਰam ਤੇ ਮੈਨੂੰ ਦੋ ਸਵਾਲ ਆਏ, ਜਿਸ ਦੇ ਵਿੱਚ ਪਹਿਲਾ ਸਵਾਲ ਸੀ ਕਿ ਤੁਹਾਨੂੰ ਕਿਤਾਬਾਂ ਪੜ੍ਹਨ ਦੀ ਦਿਲਚਸਪੀ ਕਿੱਥੋਂ ਪੈਦਾ ਹੋਈ ਤੇ ਕੋਈ ਖਾਸ ਕਿੱਸਾ ਸਾਡੇ ਨਾਲ ਸ਼ੇਅਰ ਕਰੋ। ਤੇ ਦੂਜਾ ਸਵਾਲ ਸੀ ਕਿ ਕਿਤਾਬਾਂ ਪੜ੍ਹਨ ਦੀ ਜਿਹੜੀ ਸਿਟਿੰਗ ਹੈ ਉਹ ਕਿਵੇਂ ਆਪਾਂ ਬਣਾ ਸਕਦੇ ਹਾਂ ਵੀ ਜ਼ਿਆਦਾ ਕਿਤਾਬਾਂ ਪੜ੍ਹ ਸਕੀਏ ਤੇ ਜ਼ਿਆਦਾ ਟਾਈਮ ਪੜ੍ਹ ਸਕੀਏ। ਤਾਂ ਦੋਨਾਂ ਸਵਾਲਾਂ ਨੂੰ ਲੈ ਕੇ ਮੈਂ ਇਹ ਵੀਡੀਓ ਬਣਾ ਰਿਹਾ। ਜੇਕਰ ਪਹਿਲੇ ਸਵਾਲ ਦੀ ਗੱਲ ਕਰੀਏ ਕਿ ਦਿਲਚਸਪੀ ਮੈਨੂੰ ਕਿੱਥੋਂ ਪੈਦਾ ਹੋਈ, ਤਾਂ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹੁੰਦਾ ਹਾਂ ਕਿ ਮੇਰੇ ਪਿਤਾ ਜੀ ਨੂੰ ਅਖਬਾਰ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਉਹ ਸਵੇਰ ਵੀ 2-3 ਅਖਬਾਰ ਪੜ੍ਹਦੇ ਤੇ ਸ਼ਾਮ ਨੂੰ ਦੁਬਾਰਾ ਫਿਰ ਉਹੀ ਅਖਬਾਰਾਂ ਨੂੰ, ਜਿਵੇਂ ਚਾਹ ਟਾਈਮ ਹੁੰਦਾ ਜਾਂ 3-4 ਵਜੇ ਦਾ ਟਾਈਮ ਹੁੰਦਾ ਨਾ, ਤਾਂ ਉਦੋਂ ਦੁਬਾਰਾ ਫਿਰ ਉਹ ਅਖਬਾਰਾਂ ਨੂੰ ਲੈ ਕੇ ਬਹਿ ਜਾਂਦੇ। ਤਾਂ ਉਹਨਾਂ ਨੂੰ ਦੇਖ ਦੇਖ ਕੇ ਮੈਨੂੰ ਵੀ ਸ਼ੌਂਕ ਪੈ ਗਿਆ ਅਖਬਾਰ ਪੜ੍ਹਨ ਦਾ। ਤਾਂ ਜਦੋਂ ਸਵੇਰ ਹੁੰਦੀ ਤਾਂ ਮੈਨੂੰ ਪਹਿਲਾਂ ਇਹ ਹੁੰਦਾ ਵੀ ਯਾਰ ਚਾਹ ਦੇ ਨਾਲ ਅਖਬਾਰ ਹੋਵੇ। ਤਾਂ ਅਖਬਾਰ ਦਾ ਇੰਤਜ਼ਾਰ ਬਹੁਤ ਜ਼ਿਆਦਾ ਹੁੰਦਾ ਤੇ ਪਿੰਡਾਂ ਦੇ ਵਿੱਚ ਅਖਬਾਰ ਕਮ ਸੇ ਕਮ 8-9 ਵਜੇ ਆਉਂਦਾ ਜ਼ਿਆਦਾਤਰ, ਤੇ ਕਿਉਂਕਿ ਸ਼ਹਿਰਾਂ ਦੇ ਵਿੱਚ ਤਾਂ 6-7 ਵਜੇ ਆ ਜਾਂਦਾ। ਤਾਂ ਉੱਠਣ ਸਾਰ 1 ਘੰਟਾ ਜਿਹੜੀ ਉਬਲਾ ਚੁਬਲੀ ਲੱਗੀ ਰਹਿੰਦੀ ਸਵੇਰੇ ਵੀ ਅਖਬਾਰ ਕਿਉਂ ਨਹੀਂ ਆਇਆ, ਕਿਉਂ ਨਹੀਂ ਆਇਆ। ਜਿਸ ਦਿਨ ਅਖਬਾਰ ਨਾ ਆਉਂਦਾ, ਜਿਵੇਂ ਕੋਈ ਛੁੱਟੀ ਹੁੰਦੀ ਹੈ, ਕੋਈ ਖਾਸ ਦਿਹਾੜੇ ਦੀ, ਉਸ ਦਿਨ ਅਗਲੇ ਦਿਨ ਅਖਬਾਰ ਆਉਂਦਾ ਹੁੰਦਾ ਹੈ, ਤਾਂ ਉਹ ਦਿਨ ਆ ਜਿਹੜਾ ਬਹੁਤ ਬੇਚੈਨੀ ਮਹਿਸੂਸ ਹੁੰਦੀ। ਤਾਂ ਅਖਬਾਰ ਦੇ ਵਿੱਚ ਮੈਂ ਸ਼ੁਰੂ ਦੇ ਵਿੱਚ ਪੜ੍ਹਨਾ ਕੀ, ਤਾਂ ਪਹਿਲੇ ਪੇਜ ਦੀਆਂ ਹੈਡਲਾਈਨ ਤੇ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਫਿਲਮੀ ਖਬਰਾਂ ਤੇ ਸਪੋਰਟਸ ਦੀਆਂ ਖਬਰਾਂ। ਫਿਰ ਹੌਲੀ ਹੌਲੀ ਸ਼ੌਂਕ ਵੱਧਦਾ ਗਿਆ ਕਿ ਤੀਜੇ ਜਾਂ ਚੌਥੇ ਪੇਜ 'ਤੇ ਇੱਕ ਲੇਖ ਲਿਖੇ ਹੁੰਦੇ ਹੈ, ਤਾਂ ਉਹ ਲੇਖ ਪੜ੍ਹਨ ਦਾ ਸ਼ੌਂਕ ਪੈ ਗਿਆ। ਉਸ ਤੋਂ ਬਾਅਦ ਜੇ ਦੂਜਾ ਕਿੱਸਾ ਇਹਦੇ ਵਿੱਚ ਮੈਂ ਸ਼ਾਮਲ ਕਰਾਂ ਤਾਂ ਉਹ ਹੈ ਕਿ ਮੇਰਾ ਬ੍ਰਦਰ ਮੇਰੇ ਤੋਂ 3-4 ਕਲਾਸਾਂ ਸੀਨੀਅਰ ਸੀ, ਤਾਂ ਮੈਨੂੰ ਉਹਦੀਆਂ ਕਿਤਾਬਾਂ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਂਕ ਰਿਹਾ ਹੈ। ਖਾਸ ਤੌਰ 'ਤੇ ਜਿਹੜੀਆਂ +1+2 ਦੀਆਂ ਉਹਨਾਂ ਦੀਆਂ ਪੰਜਾਬੀ ਲਿਟਰੇਚਰ ਦੀਆਂ ਕਿਤਾਬਾਂ ਸੀ, ਤਾਂ ਉਹਦੇ ਵਿੱਚੋਂ ਜਿਹੜੇ ਹੀਰ ਰਾਂਝੇ ਦੇ ਕਿੱਸੇ ਸੀ, ਉਹ ਕਹਾਣੀਆਂ, ਉਹ ਮੈਨੂੰ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਤਾਂ ਉਹਨਾਂ ਨੇ ਵੀ ਮੈਨੂੰ ਇਸ ਮਾਰਗ 'ਤੇ ਤੋਰਿਆ। ਇਹਨਾਂ ਚੀਜ਼ਾਂ ਦੇ ਬਾਵਜੂਦ ਵੀ ਮੈਂ ਉਸ ਟਾਈਮ ਕੋਈ ਕਿਤਾਬ ਨਹੀਂ ਪੜ੍ਹ ਸਕਿਆ, ਕਿਉਂਕਿ ਨਾ ਹੀ ਮਾਹੌਲ ਸੀ ਘਰ ਦੇ ਵਿੱਚ ਵੀ ਕੋਈ ਲਿਟਰੇਚਰ ਕਿੱਥੋਂ ਖਰੀਦਣਾ, ਕਿਵੇਂ ਕਿਤਾਬ ਲਿਆਵਾਂ। ਅਤੇ ਖਾਸ ਤੌਰ 'ਤੇ ਉਦੋਂ ਇਹ ਹੁੰਦਾ ਸੀ ਕਿ ਕਿਤਾਬ 'ਤੇ 100 ਰੁਪਈਆ ਲਾਵਾਂਗੇ ਤਾਂ ਉਹਦੇ ਨਾਲੋਂ ਚੰਗਾ ਤਾਂ ਇੱਕ ਬਾਲ ਆ ਜਾਏਗੀ ਜਾਂ 150-200 ਰੁਪਏ ਦਾ ਖੇਡਣ ਲਈ ਕ੍ਰਿਕਟ ਦਾ ਬੈਟ ਆ ਜਾਏਗਾ। ਤਾਂ ਉਸ ਸਮੇਂ ਦੇ ਵਿੱਚ ਕਿਤਾਬਾਂ 'ਤੇ ਪੈਸੇ ਖਰਚਣਾ ਮੇਰੇ ਲਈ ਬਹੁਤ ਜ਼ਿਆਦਾ ਔਖੀ ਗੱਲ ਸੀ। ਉਹਦੇ ਨਾਲੋਂ ਚੰਗਾ ਮੈਂ ਬੈਟ ਬਾਲ ਜਾਂ ਕਿਸੇ ਹੋਰ ਚੀਜ਼ 'ਤੇ ਪੈਸੇ ਖਰਚਣਾ ਪਸੰਦ ਕਰਦਾ ਸੀ। ਇੱਕ ਉਸ ਸਮੇਂ ਕਿਤਾਬਾਂ ਨਾ ਪੜ੍ਹਨ ਦਾ ਇਹ ਵੀ ਕਾਰਨ ਸੀ ਕਿ ਮੈਨੂੰ ਅੱਜ ਵੀ ਬਹੁਤ ਨਾਰਾਜ਼ਗੀ ਹੈ ਕਿ ਮੇਰੇ ਜੋ 10ਵੀਂ ਤੱਕ ਟੀਚਰ ਰਹੇ, ਉਦੋਂ ਬਾਅਦ +2 ਤੱਕ ਜਾਂ ਗ੍ਰੈਜੂਏਸ਼ਨ ਤੱਕ ਮੈਨੂੰ ਕਿਸੇ ਵੀ ਇੱਕ ਟੀਚਰ ਮੈਨੂੰ ਇਹੋ ਜਿਹਾ ਕੋਈ ਨਹੀਂ ਮਿਲਿਆ ਜਿਹਨੇ ਸਕੂਲ ਦੇ ਵਿੱਚ, ਕਲਾਸ ਦੇ ਵਿੱਚ ਡਿਸਕਸ਼ਨ ਕੀਤਾ ਹੋਵੇ ਕਿ ਸਾਨੂੰ ਇਸ ਸਿਲੇਬਸ ਤੋਂ ਬਿਨਾਂ ਐਕਸਟਰਾ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ। ਤਾਂ ਮੈਨੂੰ ਉਹ ਚੀਜ਼ ਦਾ ਅੱਜ ਵੀ ਮੈਨੂੰ ਉਸ ਦੀ ਨਿਰਾਸ਼ਾ ਹੈ ਕਿ ਹਾਂ, ਇਹੋ ਜਿਹਾ ਟੀਚਰ ਮੈਨੂੰ ਮਿਲਦਾ ਤਾਂ ਜਿਹੜੇ ਮੇਰੇ ਉਹ ਗੋਲਡਨ ਪੀਰੀਅਡ ਸੀ +2 BA, ਤਾਂ ਉਹਦੇ ਵਿੱਚ ਮੈਂ ਬਹੁਤ ਜ਼ਿਆਦਾ ਲਿਟਰੇਚਰ ਪੜ੍ਹ ਸਕਦਾ ਸੀ। ਜੇਕਰ ਪੂਰਨ ਤੌਰ 'ਤੇ ਕਿਤਾਬਾਂ ਪੜ੍ਹਨ ਦੀ ਗੱਲ ਕਰਾਂ ਤਾਂ ਮੈਂ ਉਹ ਪਟਿਆਲੇ ਆ ਕੇ ਪੜ੍ਹਨ ਲੱਗਿਆ, ਕਿਉਂਕਿ ਉਸ ਤੋਂ ਪਹਿਲਾਂ ਮੈਨੂੰ ਕੁਐਸਚਨ ਕਰਨ ਦੀ ਆਦਤ ਜ਼ਰੂਰ ਸੀ, ਪਰ ਪਟਿਆਲੇ ਆ ਕੇ ਉਹ ਆਦਤ ਬਹੁਤ ਜ਼ਿਆਦਾ ਹੱਦ ਤੱਕ ਡੂੰਘੀ ਚਲੀ ਗਈ ਅਤੇ ਉਹਦੇ ਜਿਹੜੇ ਜਵਾਬ ਲੱਭਣੇ ਸੀ ਤਾਂ ਉਹ ਕਿਤਾਬਾਂ ਦੇ ਵਿੱਚ ਹੀ ਸੀ। ਤਾਂ ਉਸ ਤੋਂ ਬਾਅਦ ਮੈਚਿਓਰਟੀ ਵੀ ਆ ਜਾਂਦੀ ਹੈ ਇੱਕ, ਜਦੋਂ ਤੁਸੀਂ MA ਦੇ ਲੈਵਲ 'ਤੇ ਚੱਲ ਜਾਂਦੇ ਹੋ ਜਾਂ ਤੁਹਾਡੀ ਏਜ ਹੈ ਜਿਹੜੀ 21-22 ਸਾਲ 'ਤੇ ਤੁਸੀਂ ਯੂਨੀਵਰਸਿਟੀ ਦੀ ਸੰਗਤ ਦੇ ਵਿੱਚ ਵਿਚਰਦੇ ਹੋ, ਤਾਂ ਉੱਥੋਂ ਦਾ ਅਜਿਹਾ ਮਾਹੌਲ ਹੈ ਕਿ ਉਹ ਤੁਹਾਨੂੰ ਕਿਤਾਬਾਂ ਪ੍ਰੋਡਿਊਸ ਕਰਦਾ, ਤੁਹਾਨੂੰ ਕਿਤਾਬਾਂ ਦੇਣ ਲੱਗ ਜਾਂਦਾ ਹੈ। ਤਾਂ ਯੂਨੀਵਰਸਿਟੀ ਦੇ ਮਾਹੌਲ ਦੇ ਵਿੱਚ ਆਪਾਂ ਨੂੰ ਆ ਕੇ ਪਤਾ ਲੱਗ ਜਾਂਦਾ ਕਿ ਕਿੱਥੋਂ ਕਿਤਾਬਾਂ ਲੈਣੀਆਂ ਨੇ, ਕਿਵੇਂ ਪੜ੍ਹ ਸਕਦੇ ਹਾਂ। ਅਤੇ ਖਾਸ ਤੌਰ 'ਤੇ ਉਦੋਂ ਮੈਂ ਲਾਇਬ੍ਰੇਰੀ ਦਾ ਬਹੁਤ ਜ਼ਿਆਦਾ ਫਾਇਦਾ ਲਿਆ ਅਤੇ ਉਸ ਤੋਂ ਜਿਹੜਾ ਹਿੰਦੀ ਦਾ ਲਿਟਰੇਚਰ ਲਾਇਬ੍ਰੇਰੀ ਦੇ ਵਿੱਚ ਪਿਆ ਸੀ, ਤਕਰੀਬਨ ਮੈਂ ਬਹੁਤ ਹੱਦ ਤੱਕ ਉਹ ਕਵਰ ਕਰ ਲਿਆ ਸੀ। ਬਹੁਤ ਸ਼ੁਰੂਆਤ ਦੇ ਵਿੱਚ ਮੈਂ ਹਿੰਦੀ ਲਿਟਰੇਚਰ ਹੀ ਪੜ੍ਹਿਆ। ਉਸ ਤੋਂ ਬਾਅਦ ਫਿਰ ਮੈਂ ਤਰਕ ਭਾਰਤੀ ਪ੍ਰਕਾਸ਼ਨ ਦੀਆਂ ਕਿਤਾਬਾਂ, ਕਿਉਂਕਿ ਮੈਂ ਨਾਸਤਿਕ ਹਾਂ, ਤਾਂ ਉਹਨਾਂ ਦੇ ਜਿਹੜੇ ਸਾਰੇ ਜਵਾਬ ਸੀ ਉਹ ਤਰਕ ਭਾਰਤੀ ਪ੍ਰਕਾਸ਼ਨ ਜਿਹੜਾ ਉਹਨਾਂ ਦਾ ਲਿਟਰੇਚਰ ਹੈ, ਤਾਂ ਉਹਨਾਂ ਨੇ ਦਿੱਤੇ ਮੈਨੂੰ। ਹੁਣ ਸ਼ਾਇਦ ਤੁਹਾਡਾ ਇਹ ਜਿਹੜਾ ਫਸਟ ਕੁਐਸਚਨ ਹੈ ਉਹ ਸ਼ਾਇਦ ਕਲੀਅਰ ਹੋ ਗਿਆ ਹੋਣਾ, ਅਤੇ ਆਪਾਂ ਦੂਜੇ ਕੁਐਸਚਨ ਵੱਲ ਵੱਧਦੇ ਹਾਂ ਕਿ ਕਿਵੇਂ ਕਿਤਾਬਾਂ ਪੜ੍ਹੀਏ ਅਤੇ ਕਿਵੇਂ ਉਹਦੀ ਜਿਹੜੀ ਸਿਟਿੰਗ ਹੈ ਉਹਨੂੰ ਆਪਾਂ ਵਧਾ ਸਕਦੇ ਹਾਂ। ਤਾਂ ਪਹਿਲਾ ਕੁਐਸਚਨ ਆਪਣੇ ਇਹ ਆਉਣਾ ਚਾਹੀਦਾ ਮਨ ਦੇ ਵਿੱਚ ਕਿ ਆਪਾਂ ਕਿਤਾਬਾਂ ਕਿਉਂ ਪੜ੍ਹਨੀਆਂ ਨੇ। ਤਾਂ ਮਨੋਰੰਜਨ ਲਈ, ਸਿੱਖਣ ਲਈ, ਜਾਂ ਜਦੋਂ ਆਪਣੇ ਕੋਲ ਫ੍ਰੀ ਟਾਈਮ ਹੈ ਤਾਂ ਉਦੋਂ ਪੜ੍ਹ ਲਈਦਾ। ਤਾਂ ਅੱਜ ਕੱਲ੍ਹ ਜੇ ਗੱਲ ਕਰੀਏ ਤਾਂ ਮਨੋਰੰਜਨ ਦੇ ਲਈ ਕਿਤਾਬਾਂ ਪੜ੍ਹਨ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਮੋਬਾਇਲ ਆਪਣੇ ਕੋਲ ਹੈਗੀ ਹੈ ਅਤੇ ਹੋਰ ਇੱਦਾਂ ਦੇ ਸੋਰਸਿਸ ਹੈਗੇ ਨੇ ਕਿ ਆਪਾਂ ਨੂੰ ਮਨੋਰੰਜਨ ਲਈ ਕਿਤਾਬ ਵੱਲ ਨਹੀਂ ਜਾਣਾ ਪਵੇਗਾ, ਕਿਉਂਕਿ ਫਿਲਮਾਂ, ਵੈੱਬ ਸੀਰੀਜ਼, ETC ਬਹੁਤ ਚੀਜ਼ਾਂ ਇਹੋ ਜਿਹੀਆਂ ਉਪਲਬਧ ਨੇ ਅੱਜ ਕੱਲ੍ਹ। ਅਤੇ ਦੂਜੀ ਗੱਲ ਕਰੀਏ ਜੇ ਫ੍ਰੀ ਟਾਈਮ, ਤਾਂ ਫ੍ਰੀ ਟਾਈਮ ਕਿਤਾਬ ਵਾਸਤੇ ਕਿਸੇ ਕੋਲ ਨਹੀਂ ਹੁੰਦਾ ਹੈਗਾ। ਵੈਸੇ ਵੀ ਅੱਜ ਦੀ ਜ਼ਿੰਦਗੀ ਮੋਬਾਇਲ ਹੋਣ ਕਰਕੇ ਆਪਣੇ ਕੋਲ ਫ੍ਰੀ ਟਾਈਮ ਕਿਸੇ ਕੋਲ ਨਹੀਂ ਹੈਗਾ, ਕਿਉਂਕਿ ਜੇ 5-10 ਮਿੰਟ ਆਪਾਂ ਕਿਸੇ ਕੋਲ ਮਿਲ ਵੀ ਜਾਂਦੇ ਨਾ, ਤਾਂ ਵੀ ਆਪਾਂ WhatsApp ਦੇ ਸਟੇਟਸ ਦੇਖਣ ਲੱਗ ਜਾਂਦੇ ਹਾਂ। ਤਾਂ ਇਹ ਚੀਜ਼ ਆਪਣੇ ਕੋਲ ਕਦੇ ਨਹੀਂ ਹੋਵੇਗੀ ਕਿ ਆਪਣੇ ਕੋਲ ਫ੍ਰੀ ਟਾਈਮ ਹੋਵੇ। ਤਾਂ ਹੁਣ ਸਵਾਲ ਰਹਿ ਗਿਆ ਕਿ ਸਿੱਖਣ ਲਈ। ਤਾਂ ਜਦੋਂ ਤੁਸੀਂ ਸਿੱਖਣ ਲਈ ਪੜ੍ਹੋਗੇ ਤਾਂ ਕਿਤਾਬਾਂ ਤੁਸੀਂ ਉਦੋਂ ਹੀ ਪੜ੍ਹ ਸਕਦੇ ਹੋ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਕੁਐਸਚਨ ਆਉਣਗੇ। ਤਾਂ ਉਹ ਜਦੋਂ ਕੁਐਸਚਨਾਂ ਦੇ ਜਵਾਬ ਲੱਭੋਗੇ ਤਾਂ ਕਿਤਾਬਾਂ ਦੇ ਵਿੱਚ ਹੀ ਲੱਭੋਗੇ। ਮੈਂ ਵੀ ਕਿਤਾਬਾਂ ਜਿਹੜੀਆਂ
ਇਹ ਨਹੀਂ ਹੈਗਾ ਕਿ ਮੈਂ ਮਨੋਰੰਜਨ ਲਈ ਪੜ੍ਹਨ ਲੱਗਿਆ ਸੀ ਕਿ ਹਾਂ ਨਾਵਲ ਪੜ੍ਹਨ ਲੱਗ ਜਾ। ਜਿਵੇਂ ਤੁਹਾਨੂੰ ਮੈਂ ਦੱਸਿਆ ਪਹਿਲਾਂ ਮੈਂ ਲਿਟਰੇਚਰ ਪੜ੍ਹਿਆ, ਉਹ ਮੈਂ ਪੇਪਰ ਦੀ ਤਿਆਰੀ ਲਈ ਵੀ ਪੜ੍ਹਿਆ ਸੀ ਤੇ ਮੈਨੂੰ ਉਹ ਵੀ ਸ਼ੌਂਕ ਸੀ ਹਿੰਦੀ ਲਿਟਰੇਚਰ ਦਾ। ਸੈਕਿੰਡ ਤੇ ਮੈਂ ਪੜ੍ਹਿਆ ਤਰਕ ਭਾਰਤੀ ਪ੍ਰਕਾਸ਼ਨ, ਕਿਉਂਕਿ ਉਹਨਾਂ ਵਿੱਚ ਮੇਰੇ ਜਿਹੜੇ ਸਵਾਲ ਸੀ ਉਹਨਾਂ ਦੇ ਜਵਾਬ ਸੀ। ਤਾਂ ਦੋਵੇਂ ਚੀਜ਼ਾਂ ਉਹ ਸਵਾਲਾਂ ਲਈ ਜਾਂ ਮੈਂ ਸਿੱਖਣ ਲਈ ਪੜ੍ਹਿਆ। ਤਾਂ ਆਪਦੇ ਵਿੱਚ ਪਹਿਲਾਂ ਗੱਲ ਇਹ ਹੈ ਕਿ ਤੁਸੀਂ ਆਪਦੇ ਦਿਮਾਗ ਦੇ ਵਿੱਚ ਇਹ ਚੀਜ਼ ਪਾਓ ਵੀ ਆਪਾਂ ਨੇ ਕੋਈ ਚੀਜ਼ ਪੜ੍ਹਨੀ ਹੈ ਉਹ ਸਿੱਖਣ ਲਈ ਪੜ੍ਹਨੀ ਹੈ। ਸਾਰੇ ਸਵਾਲਾਂ ਦੇ ਜਵਾਬ ਹੈ ਜਿਹੜੇ ਕਿਤਾਬਾਂ ਦੇ ਵਿੱਚ ਮਿਲ ਜਾਣਗੇ, ਜਿਹੜੇ ਵੀ ਤੁਹਾਡੇ ਅੰਦਰ ਘੁੰਮਦੇ ਰਹਿੰਦੇ ਆ ਦਿਮਾਗ। ਇਸ ਦੀ ਤੁਹਾਨੂੰ ਇੱਕ ਉਦਾਹਰਨ ਵੀ ਦੇ ਦੇਣਾ ਕਿ ਜਦੋਂ ਕੋਈ ਪੈਦਲ ਡੇਲੀ 5-4 ਕਿਲੋਮੀਟਰ ਤੁਰਦਾ ਹੈ ਤੇ ਜੋ ਇੱਕ ਦੋ ਦਿਨ ਨਾ ਤੁਰੇ ਤਾਂ ਉਹਨੂੰ ਐਂ ਲੱਗੂ, ਅਜੀਬ ਜਿਹਾ ਲੱਗੂ, ਉਹਨੂੰ ਕੁਛ ਚੀਜ਼ ਆਪਣੇ ਅੰਦਰ ਮਿਸਿੰਗ ਲੱਗੂਗੀ। ਇਹੀ ਚੀਜ਼ ਮੇਰੀ ਹੈ ਕਿ ਮੈਂ ਡੇਲੀ ਕੁਝ ਨਾ ਕੁਝ ਸਿੱਖਦਾ, ਚਾਹੇ ਉਹ ਮੋਬਾਈਲ ਦੇ ਵੀਡੀਓ ਥਰੂ ਹੋਣ YouTube ਤੋਂ, ਤੇ ਚਾਹੇ ਉਹ ਕਿਤਾਬਾਂ ਥਰੂ ਹੋਣ। ਤੇ ਮੇਰੀ ਇਹ ਲਗਨ ਇੰਨੀ ਹੈ ਕਿ ਜੇ ਮੈਂ 1-2 ਦਿਨ ਕੋਈ ਚੀਜ਼ ਨਵੀਂ ਨਾ ਸਿੱਖਾਂ ਜਾਂ ਕੁਝ ਨਾ ਪੜ੍ਹਾਂ ਤਾਂ ਮੈਨੂੰ ਇਹ ਲੱਗਣ ਲੱਗ ਜਾਂਦਾ ਵੀ ਕੁਝ ਵਧੀਆ ਨਹੀਂ ਹੋ ਰਿਹਾ, ਤੇ ਉਹ ਦਿਨ ਮੈਨੂੰ ਵਧੀਆ ਨਹੀਂ ਲੱਗਦੇ ਹੈਗੇ, ਕੁਝ ਆਪਣੇ ਆਪ 'ਚ ਮਿਸਿੰਗ ਜਿਹਾ ਲੱਗਦਾ ਹੈ। ਜੇਕਰ ਮੈਂ ਆਪਣੀ ਹੀ ਗੱਲ ਕਰਾਂ ਤਾਂ ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਨਹੀਂ ਹੈਗਾ, ਮੈਨੂੰ ਇੱਕ ਪੈਸ਼ਨ ਹੈ। ਤੇ ਜੇ ਨਾ ਪੜ੍ਹਾਂ ਤਾਂ ਮੈਂ ਉਹ ਦਿਨ ਮੈਨੂੰ ਵਧੀਆ ਨਹੀਂ ਲੱਗਦੇ ਹੈਗੇ, ਤੇ ਮੇਰਾ ਇਹ ਇੱਕ ਕੰਮ ਹੈ। ਇਹ ਨਹੀਂ ਹੈਗਾ ਕਿ ਮੇਰੇ ਕੋਲ ਜੇ ਫ੍ਰੀ ਟਾਈਮ ਹੈ ਜਾਂ ਕੁਝ ਵੀ ਹੈ ਵੀ ਮੈਂ ਕਿਤਾਬ ਪੜ੍ਹ ਲਾਂ। ਇਹ ਮੇਰਾ ਇੱਕ ਕੰਮ ਹੈ, ਪ੍ਰਾਇਮਰੀ ਕੰਮ, ਜੌਬ ਤੋਂ ਪਹਿਲਾਂ ਦਾ ਵੀ। ਇੱਕ ਖਾਣਾ ਖਾਣ ਜਾਂ ਸਾਹ ਲੈਣ ਤੋਂ ਬਾਅਦ ਜੇ ਦੂਜਾ ਤੀਜਾ ਕੰਮ ਕਹਾਂ ਤਾਂ ਇਹੀ ਕਿਤਾਬਾਂ ਨੇ ਮੇਰੀਆਂ। ਬਾਕੀ ਜੇ ਤੁਸੀਂ ਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰਨੀਆਂ ਨੇ ਤਾਂ ਤੁਹਾਨੂੰ ਮੈਂ ਕੁਝ ਦੱਸ ਸਕਦਾ ਕਿ ਕਿਵੇਂ ਪੜ੍ਹਨੀਆਂ ਨੇ। ਤਾਂ ਪਹਿਲੀ ਗੱਲ ਹੈ, ਤੁਹਾਡੇ ਕੋਲ ਕੋਈ ਗਾਈਡੈਂਸ ਹੋਣੀ ਚਾਹੀਦੀ ਹੈ, ਕੋਈ ਤੁਹਾਡਾ ਟੀਚਰ, ਕੋਈ ਤੁਹਾਡਾ ਦੋਸਤ, ਕੋਈ ਵੀ ਤੁਹਾਡਾ ਰਿਲੇਟਿਵ ਇਹੋ ਜਿਹਾ ਹੋਣਾ ਚਾਹੀਦਾ ਜੋ ਕਿਤਾਬਾਂ ਪੜ੍ਹਨ ਦਾ ਸ਼ੌਂਕ ਰੱਖਦਾ ਹੋਵੇ ਤੇ ਤੁਹਾਨੂੰ ਉਹ ਗਾਈਡ ਕਰੇ ਕਿ ਆਹ ਕਿਤਾਬਾਂ ਤੋਂ ਸ਼ੁਰੂਆਤ ਕਰ। ਕਿਉਂਕਿ ਇਹ ਨਹੀਂ ਹੈਗਾ ਕਿ ਤੁਸੀਂ ਕੋਈ ਵੀ ਕਿਤਾਬ ਚੱਕੋਗੇ ਤੇ ਉਹ ਤੁਹਾਨੂੰ ਪਹਿਲੀ ਵਾਰੀ ਸਮਝ ਆ ਜਾਏਗੀ ਤੇ ਤੁਹਾਡਾ ਜਿਹੜਾ ਸ਼ੌਂਕ ਹੈ ਉਹ ਬਣ ਜਾਵੇਗਾ ਵੀ ਹਾਂ ਮੈਂ ਹੁਣ ਇਹ ਕਿਤਾਬਾਂ ਮੈਂ ਸ਼ੁਰੂ ਕਰ ਦਿੰਦਾ ਵੀ ਪੜ੍ਹਨੀਆਂ। ਇਹ ਨਹੀਂ ਹੋ ਸਕਦਾ। ਤਾਂ ਨਿਊ ਰੀਡਰ ਵਾਸਤੇ ਆਪਾਂ ਨੇ ਇੱਕ ਇਹਦੇ ਵਿੱਚ ਕਿਤਾਬਾਂ ਦੀ ਵੀਡੀਓ ਵੀ ਬਣਾਈ ਹੋਈਆਂ ਨੇ ਕਿ ਸ਼ੁਰੂਆਤ ਤੁਸੀਂ ਕਿਹੜੀਆਂ ਕਿਤਾਬਾਂ ਤੋਂ ਕਰ ਸਕਦੇ ਹੋ। ਤਾਂ ਤੁਹਾਡੀ ਉਹ ਹੈਲਪ ਲਈ ਪਲੇਲਿਸਟ 'ਤੇ ਜਾਓ ਤੇ ਉਹ ਦੇਖੋ, ਨਿਊ ਰੀਡਰ ਲਈ ਬੁੱਕਸ। ਤੇ ਬਾਕੀ ਤੁਹਾਡੇ ਕੋਲ ਜੇਕਰ ਕੋਈ ਗਾਈਡੈਂਸ ਦੇਣ ਵਾਲਾ ਹੈ ਤਾਂ ਇਹ ਬਹੁਤ ਚੰਗੀ ਗੱਲ ਹੈ। ਦੂਜੀ ਗੱਲ, ਕੋਈ ਵੀ ਕਿਤਾਬ ਪੜ੍ਹਦੇ ਹੋ ਤਾਂ ਉਸ ਤੋਂ ਬਾਅਦ ਸ਼ੇਅਰ ਕਰੋ, ਚਾਹੇ ਉਹ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕਰੋ, ਚਾਹੇ ਤੁਹਾਡਾ ਕੋਈ ਦੋਸਤ ਹੈ, ਟੀਚਰ ਹੈ, ਉਹਦੇ ਨਾਲ ਡਿਸਕਸ਼ਨ ਕਰੋ ਕਿ ਮੈਨੂੰ ਇਹ ਕਿਤਾਬ ਦੇ ਵਿੱਚ ਇਹ ਮਿਲਿਆ, ਇਹ ਗੱਲ ਮੈਨੂੰ ਸਹੀ ਲੱਗੀ, ਇਹ ਗੱਲ ਮੈਨੂੰ ਗਲਤ ਲੱਗੀ। ਕਿਉਂਕਿ ਜਦੋਂ ਤੁਹਾਡੇ 'ਚ ਇਹ ਚੀਜ਼ ਆ ਜਾਂਦੀ ਹੈ ਤਾਂ ਉਦੋਂ ਤੁਸੀਂ ਪੱਕੇ ਤੌਰ 'ਤੇ ਕਿਤਾਬਾਂ ਪੜ੍ਹਨ ਵਾਲੇ ਬਣ ਜਾਂਦੇ ਹੋ। ਕਿਉਂਕਿ ਤੁਹਾਡੇ ਅੰਦਰ ਸਵਾਲ ਜਵਾਬ, ਲੇਖਕ ਦੀ ਜਿਹੜੀ ਗੱਲ ਹੈ ਉਹਨੂੰ ਵੀ ਕੱਟਣ ਦਾ ਇੱਕ ਸੈਂਸ ਆ ਜਾਂਦੀ ਹੈ। ਇੱਕ ਤੁਹਾਡੇ ਕੋਲ ਆਈਡੀਆ ਆ ਜਾਂਦੇ ਨੇ ਵੀ ਕਿਤਾਬ ਐਵੇਂ ਲਿਖੀ ਜਾਂਦੀ ਹੈ, ਕਰੈਕਟਰਾਂ ਨੂੰ ਇੱਦਾਂ ਇੱਦਾਂ ਚੱਲਣਾ ਚਾਹੀਦਾ ਹੈ। ਉਹ ਚੀਜ਼ਾਂ ਤੁਸੀਂ ਸਿੱਖ ਲੈਂਦੇ ਹੋ ਡਿਸਕਸ਼ਨ ਦੇ ਨਾਲ। ਡਿਸਕਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਤਾਬ ਪੜ੍ਹਨ ਤੋਂ ਬਾਅਦ। ਜੇਕਰ ਤੁਹਾਨੂੰ ਕਿਸੇ ਨੇ ਗਾਈਡੈਂਸ ਦੇ ਦਿੱਤੀ ਕਿ ਇਹ ਕਿਤਾਬ ਕਿਉਂ ਪੜ੍ਹਨੀ ਚਾਹੀਦੀ ਹੈ, ਇਹਦੇ ਵਿੱਚ ਤੁਹਾਨੂੰ ਕੀ ਸਿੱਖਣ ਨੂੰ ਮਿਲੇਗਾ, ਤਾਂ ਤੁਹਾਡੇ ਲਈ ਉਹ ਕਿਤਾਬ ਪੜ੍ਹਨਾ ਬਹੁਤ ਈਜ਼ੀ ਰਹਿੰਦਾ ਹੈ। ਕਿਉਂਕਿ ਗਾਈਡੈਂਸ ਦੇਣ ਵਾਲਾ ਵੀ ਤੁਹਾਨੂੰ ਸਮਝ ਕੇ ਹੀ ਕਿਤਾਬ ਤੁਹਾਨੂੰ ਦਿੰਦਾ ਵੀ ਇਹ ਕਿਤਾਬ ਤੂੰ ਪੜ੍ਹ ਸਕਦਾ ਹੈ। ਕਿਤਾਬ ਪੜ੍ਹਨ ਦੀ ਹੋਰ ਟਿਪਸ ਦੀ ਗੱਲ ਕਰੀਏ ਤਾਂ ਕਿਤਾਬ ਦੇ ਵਿੱਚ ਦੂਜੇ ਤੀਜੇ ਪੇਜ 'ਤੇ ਭੂਮਿਕਾ ਲਿਖੀ ਹੁੰਦੀ ਹੈ, ਤਾਂ ਉਹ ਭੂਮਿਕਾ ਦੇ ਵਿੱਚ ਤੁਹਾਡਾ ਇੰਟਰਸਟ ਬਣ ਜਾਂਦਾ ਜਦੋਂ ਤੁਸੀਂ ਉਹ ਭੂਮਿਕਾ ਪੜ੍ਹ ਲੈਂਦੇ ਹੋ। ਤਾਂ ਜਦੋਂ ਵੀ ਕਿਤਾਬ ਸਟਾਰਟ ਕਰਨੀ ਹੈ, ਜਦੋਂ ਤੁਹਾਡਾ ਬਿਜ਼ੀ ਟਾਈਮ ਹੈ, ਜਿਵੇਂ ਮੰਨ ਲਓ ਸ਼ਾਮ ਨੂੰ ਕਿਤਾਬ ਲੈ ਕੇ ਆਏ ਹੋ, ਤਾਂ ਸ਼ਾਮ ਨੂੰ ਇਹ ਕੋਸ਼ਿਸ਼ ਕਰੋ ਵੀ ਘੱਟੋ ਘੱਟ ਮੈਂ ਇਹਦੀ ਭੂਮਿਕਾ ਜ਼ਰੂਰ ਪੜ੍ਹ ਲਾਂ। ਕਿਉਂਕਿ ਜਦੋਂ ਭੂਮਿਕਾ ਪੜ੍ਹ ਲੈਂਦੇ ਹੋ ਕੱਲ੍ਹ ਨੂੰ ਉਹ ਕਿਤਾਬ ਚੱਕਣੀ ਬਹੁਤ ਸੌਖਾਲੀ ਹੋ ਜਾਂਦੀ ਹੈ। ਇੱਕ ਸ਼ੁਰੂਆਤ ਕਰ ਲੈਂਦੇ ਹੋ ਕਿ ਹਾਂ ਮੈਂ 3-4 ਪੇਜ ਇਹ ਕਿਤਾਬ ਦੇ ਪੜ੍ਹ ਚੁੱਕਿਆ। ਇਹਦਾ ਕਾਰਨ ਇਹਦੀ ਇੱਕ ਐਗਜ਼ਾਮਪਲ ਵੀ ਦੇ ਦੇਣਾ ਵੀ ਮੈਂ ਜਦੋਂ ਵੀ ਕੋਈ ਕਿਤਾਬ ਪੜ੍ਹਦਾ ਤਾਂ ਨਾਲ ਦੀ ਨਾਲ ਮੈਂ ਉਹ ਕਿਤਾਬ ਪੜ੍ਹ ਕੇ 1-2 ਘੰਟੇ ਬਾਅਦ ਦੂਜੀ ਕਿਤਾਬ ਆਪਣੇ ਸਿਰਹਾਣੇ ਰੱਖ ਲੈਂਦਾ ਅਤੇ ਉਸ ਦੀ ਮੈਂ ਭੂਮਿਕਾ ਪੜ੍ਹ ਲੈਂਦਾ ਕਿ ਹਾਂ ਇਹ ਕਿਤਾਬ ਦੇ ਵਿੱਚ ਇਹ ਚੀਜ਼ਾਂ ਨੇ, ਇਹ ਕਰੈਕਟਰ ਸ਼ੁਰੂ ਹੋ ਚੁੱਕਿਆ ਹੈ, ਤਾਂ ਕਿ ਉਹ ਮੈਨੂੰ ਇਹ ਇੱਕ ਤਰ੍ਹਾਂ ਦੀ ਬੰਦਿਸ਼ ਹੋ ਜਾਏ ਵੀ ਹੁਣ ਇਹ ਕਿਤਾਬ ਤੁਹਾਨੂੰ ਪੜ੍ਹਨੀ ਹੀ ਪੈਣੀ ਹੈ। ਕੁਝ ਹੋਰ ਟਿਪਸਾਂ ਦੀ ਗੱਲ ਕਰਾਂ, ਜੇ ਤੁਸੀਂ ਨੇ ਸਿਟਿੰਗ ਨੂੰ ਥੋੜ੍ਹਾ ਜਿਹਾ ਵਧਾਉਣਾ ਹੈ ਤਾਂ ਕੋਸ਼ਿਸ਼ ਕਰੋ ਕਿ ਇੱਕ ਟਾਰਗੇਟ ਰੱਖਿਆ ਕਰੋ ਕਿ ਮੈਂ ਇਹ ਕਿਤਾਬ ਦਾ 1 ਕਾਂਡ ਪੜ੍ਹਨਾ ਹੀ ਪੜ੍ਹਨਾ ਹੈ, ਮੈਂ ਇਹ ਕਿਤਾਬ ਦੇ 2 ਕਾਂਡ ਪੜ੍ਹਨੇ ਹੀ ਪੜ੍ਹਨੇ ਨੇ। ਕਿਉਂਕਿ ਮੋਸਟਲੀ ਕਿਤਾਬਾਂ ਕੀ ਹੁੰਦੀਆਂ ਨੇ, ਡਿਵਾਈਡ ਕੀਤੀਆਂ ਹੁੰਦੀਆਂ ਨੇ ਪਾਰਟਾਂ ਦੇ ਵਿੱਚ। ਜੇ ਮੰਨ ਲਓ ਕੋਈ 150-200 ਪੇਜ ਦੀ ਕਿਤਾਬ ਹੈ ਜਾਂ ਰਾਤ ਬਾਕੀ ਹੈ ਨਾਵਲ ਹੈ, ਤਾਂ ਇਹਦੇ ਵਿੱਚ ਇਹ ਲੇਖਕ ਨੇ ਕਾਂਡ ਹੈ ਵੀ ਪਹਿਲਾ ਕਾਂਡ, ਦੂਜਾ, ਤੀਜਾ, ਚੌਥਾ, ਮੋਸਟਲੀ 20-25 ਕਾਂਡ ਨੇ। ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਅੱਜ ਮੇਰਾ ਟਾਰਗੇਟ ਹੈ 2 ਕਾਂਡ ਮੈਂ ਪੜ੍ਹ ਕੇ ਹੀ ਉੱਠਣੇ ਨੇ। ਤਾਂ ਇਹਦੇ ਨਾਲ ਤੁਹਾਡੀ ਜਿਹੜੀ ਸਿਟਿੰਗ ਹੈ ਇੰਪਰੂਵ ਹੁੰਦੀ ਰਹਿੰਦੀ ਹੈ, ਕਿਉਂਕਿ ਤੁਹਾਡੇ ਅੰਦਰ ਇੱਕ ਬੰਦਿਸ਼ ਹੀ ਬਣ ਜਾਂਦੀ ਵੀ ਇੰਨਾ ਮੈਂ ਪੜ੍ਹਨਾ ਹੀ ਪੜ੍ਹਨਾ ਹੈ। ਤਾਂ ਟਾਰਗੇਟ ਜ਼ਰੂਰ ਰੱਖ ਕੇ ਪੜ੍ਹੋ ਕਿਤਾਬ ਦਾ। ਤਾਂ ਇਹੀ ਟਾਰਗੇਟ ਰੱਖਿਆ ਸੀ ਮੈਂ। ਇੱਕ ਵਾਰ 28 ਦਿਨਾਂ ਦੇ ਵਿੱਚ ਤਾਂ 32 ਕਿਤਾਬਾਂ ਪੜ੍ਹੀਆਂ ਸੀ। ਤਾਂ ਮੈਂ ਜੇ ਚਾਹਾਂ ਤਾਂ 30 ਦਿਨਾਂ ਦੇ ਵਿੱਚ 60 ਜਾਂ 70 ਕਿਤਾਬਾਂ ਵੀ ਪੜ੍ਹ ਸਕਦਾ ਹਾਂ, ਪਰ ਸ਼ਾਇਦ ਹੁਣ ਇੰਨਾ ਟਾਈਮ ਨਾ ਮਿਲੇ ਕਿਉਂਕਿ ਜ਼ਿੰਦਗੀ ਬਹੁਤ ਬਿਜ਼ੀ ਹੋ ਚੁੱਕੀ ਹੈ। ਜੇ ਇਹੀ ਟਾਈਮ ਪਹਿਲਾਂ ਹੁੰਦਾ BA ਦੇ ਵਿੱਚ, +2 ਦੇ ਵਿੱਚ, ਤਾਂ ਮੈਂ ਹੁਣ ਤੱਕ ਬਹੁਤ ਜ਼ਿਆਦਾ ਲਿਟਰੇਚਰ ਪੜ੍ਹ ਚੁੱਕਿਆ ਹੁੰਦਾ। ਤਾਂ ਤੁਹਾਡੇ ਕੋਲ ਬਹੁਤ ਜ਼ਿਆਦਾ ਸਮਾਂ ਹੈ, ਤਾਂ ਇਹ ਕਿਤਾਬਾਂ ਜ਼ਰੂਰ ਪੜ੍ਹੋ ਜ਼ਿੰਦਗੀ ਦੇ ਵਿੱਚ। ਇਹ ਤੁਹਾਡਾ ਬਹੁਤ ਚੰਗਾ ਮਾਰਗਦਰਸ਼ਨ ਕਰਨਗੀਆਂ। ਜਿੱਥੇ ਵੀ ਜਾਓਗੇ, ਕਿਸੇ ਵੀ ਫੀਲਡ ਵਿੱਚ ਜਾਓਗੇ, ਕਿਤਾਬਾਂ ਤੁਹਾਨੂੰ ਗਾਈਡ ਹੀ ਕਰਨਗੀਆਂ। ਇਹਦੇ ਵਿੱਚ ਬਹੁਤ ਜ਼ਿਆਦਾ ਕੁਝ ਸਿੱਖਣ ਨੂੰ ਮਿਲਦਾ ਹੈ। ਤਾਂ ਇਹ ਓਪਰਚੁਨਿਟੀ ਮਿਸ ਨਾ ਕਰੋ। ਇੱਕ ਪੁਆਇੰਟ ਇਸ ਵੀਡੀਓ ਦੇ ਵਿੱਚ ਸ਼ੁਰੂਆਤੀ ਮਿਸ ਹੋ ਗਿਆ, ਤੇ ਹੁਣ ਮੈਂ ਤੁਹਾਨੂੰ ਉਹ ਐਕਸਪਲੇਨ ਕਰਨ ਜਾ ਰਹੀ ਹਾਂ ਕਿ ਕਿਤਾਬਾਂ
ਸਿੱਖਣ ਲਈ ਪੜ੍ਹਨੀਆਂ ਚਾਹੀਦੀਆਂ ਨੇ, ਪਰ ਸਿੱਖ ਤਾਂ ਆਪਾਂ ਕਿਤੋਂ ਵੀ ਸਕਦੇ ਹਾਂ। YouTube ਤੋਂ ਸਿੱਖ ਸਕਦੇ ਹਾਂ, ਫਿਲਮਾਂ ਵੈਬ ਸੀਰੀਜ਼ ਤੋਂ ਸਿੱਖ ਸਕਦੇ ਹਾਂ। ਤੇ ਜੇਕਰ ਆਪਾਂ ਨੂੰ ਇਹਨਾਂ ਦਾ ਅੰਤਰ ਪਤਾ ਹੋਊਗਾ, ਵੀਡੀਓ ਦਾ, YouTube ਦਾ ਤੇ ਇੱਕ ਫਿਲਮਾਂ ਦਾ, ਕਿਤਾਬ ਦਾ, ਤਾਂ ਆਪਾਂ ਕਿਤਾਬਾਂ ਵੱਲ ਜ਼ਿਆਦਾ ਇੰਟਰਸਟ ਰੱਖਾਂਗੇ ਜੇ ਆਪਾਂ ਨੂੰ ਇਹਦਾ ਡਿਫਰੈਂਸ ਪਤਾ ਹੈ। ਜੇ ਆਪਾਂ ਨੂੰ ਇਹਦਾ ਡਿਫਰੈਂਸ ਨਹੀਂ ਪਤਾ, ਫਿਰ ਨਹੀਂ ਆਪਾਂ ਕਿਤਾਬਾਂ ਵੱਲ ਜਾਵਾਂਗੇ। ਫਿਰ ਆਪਾਂ ਨੂੰ ਈਜ਼ੀ ਲੱਗੂਗਾ ਕਿ ਆਪਾਂ ਫਿਲਮ ਵੈਬ ਸੀਰੀਜ਼ ਜਾਂ ਕੋਈ YouTube ਤੇ 10-20 ਮਿੰਟਾਂ ਦੀ ਵੀਡੀਓ ਦੇਖ ਲਓ। ਕਿਉਂਕਿ ਇੱਕ ਕਿਤਾਬ ਨੂੰ ਪੜ੍ਹਨ ਲਈ, ਜੇ ਉਹ 150 ਪੇਜ ਦੀ ਕਿਤਾਬ ਹੈ ਤਾਂ 30-40 ਪੇਜ ਤੁਸੀਂ 1 ਘੰਟੇ ਦੇ ਵਿੱਚ ਪੜ੍ਹ ਸਕਦੇ ਹੋ। ਤਾਂ ਕਮ ਸੇ ਕਮ 4-5 ਘੰਟੇ ਇੱਕ ਕਿਤਾਬ ਨੂੰ ਪੜ੍ਹਨ ਲਈ ਚਾਹੀਦੇ ਨੇ। ਤੇ ਉਹੀ ਗੱਲ ਤੁਸੀਂ YouTube ਤੇ 10 ਮਿੰਟਾਂ ਵਿੱਚ ਦੇਖ ਸਕਦੇ ਹੋ, ਪਰ ਉਹ ਦੇਖ ਹੀ ਸਕਦੇ ਹੋ, ਸਿੱਖ ਨਹੀਂ ਸਕਦੇ। ਸਿੱਖ ਤੁਸੀਂ ਕਿਤਾਬ ਦੇ ਵਿੱਚ ਸਕੋਗੇ। ਬਾਕੀ ਜਿਉਂ-ਜਿਉਂ ਤੁਸੀਂ ਕਿਤਾਬਾਂ ਪੜ੍ਹਦੇ ਜਾਂਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਰਹਿੰਦਾ ਕਿ ਕਿਤਾਬ ਕਿਵੇਂ ਪੜ੍ਹਨੀ ਚਾਹੀਦੀ ਹੈ, ਉਹਦੇ ਵਿੱਚੋਂ ਆਪਾਂ ਕਿਵੇਂ ਸਿੱਖ ਸਕਦੇ ਹਾਂ। ਇੱਕ ਆਮ ਕਿਤਾਬ ਦੇ ਵਿੱਚ, ਇੱਕ ਲਵ ਸਟੋਰੀ ਦੇ ਵਿੱਚ ਵੀ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਕਿ ਕਿਵੇਂ ਰਿਲੇਸ਼ਨ 'ਚ ਹੁੰਦੇ ਨੇ, ਕਿਵੇਂ ਇੱਕ ਦੂਜੇ ਨਾਲ ਆਪਾਂ ਵਰਤਦੇ ਹਾਂ, ਕੀ ਚੀਜ਼ਾਂ ਆਪਾਂ ਕਮੀਆਂ ਰਹਿ ਜਾਂਦੀਆਂ ਨੇ। ਤਾਂ ਉਹ ਇਹੋ ਜਿਹੀਆਂ ਚੀਜ਼ਾਂ ਬਹੁਤ ਹੁੰਦੀਆਂ ਨੇ ਜਿਹੜੀਆਂ ਤੁਸੀਂ ਸਿੱਖਣ ਨੂੰ ਮਿਲਦੀਆਂ ਨੇ। ਤਾਂ ਇਹ ਸਾਰਾ ਇੱਕ ਤਜਰਬਾ ਹੈ। ਜਿੰਨੀਆਂ ਤੁਸੀਂ ਕਿਤਾਬਾਂ ਪੜ੍ਹੋਗੇ ਉਨਾ ਹੀ ਤੁਹਾਡਾ ਤਜਰਬਾ ਜਿਹੜਾ ਵਧੀਆ ਹੁੰਦਾ ਜਾਵੇਗਾ। ਬਾਕੀ ਵੱਧ ਤੋਂ ਵੱਧ ਕਿਤਾਬਾਂ ਪੜ੍ਹੋ ਤੇ ਦੁਨੀਆ ਨੂੰ ਨਵੀਂ ਨਜ਼ਰ ਨਾਲ ਦੇਖੋ। ਇਹ ਨਹੀਂ ਹੈਗਾ ਕਿਉਂਕਿ ਇਹ ਅੱਖਾਂ ਸਿਰਫ ਦੇਖਦੀਆਂ ਨੇ, ਤੇ ਕੀ ਦੇਖਦੀਆਂ ਨੇ, ਉਹ ਦਿਮਾਗ ਦਾ ਕੰਮ ਹੈ। ਤੇ ਦਿਮਾਗ ਦੇ ਵਿੱਚ ਜੇ ਸਹੀ ਗਿਆਨ ਹੋਊਗਾ ਤਾਂ ਉਹ ਸਹੀ ਨਜ਼ਰ ਹੋਊਗੀ, ਆਪਾਂ ਨੂੰ ਸਹੀ ਡਾਇਰੈਕਸ਼ਨ ਪਤਾ ਲੱਗੂਗੀ ਕਿ ਦੁਨੀਆ ਇਹ ਕੀ ਕਰ ਰਹੀ ਹੈ, ਕੀ ਰਾਜਨੀਤੀ ਹੈ, ਕੀ ਆਪਣੀ ਭੂਗੋਲਿਕ ਸਥਿਤੀ ਹੈ, ਕੀ ਆਪਣੀ ਸਮਾਜਿਕ ਸਥਿਤੀ ਹੈ, ਕੀ ਆਪਣੇ ਰਿਸ਼ਤੇ ਕਿਉਂ ਟੁੱਟ ਰਹੇ ਨੇ। A to Z ਜਿਹੜੇ ਸਵਾਲ ਨੇ ਉਹ ਸਾਰੇ ਹੀ ਕਿਤਾਬਾਂ ਦੇ ਵਿੱਚ ਨੇ। ਤਾਂ ਤੁਸੀਂ ਕੋਈ ਵੀ ਆਪਣੇ ਜਿਹੜਾ ਤੁਹਾਡਾ ਫੇਵਰੇਟ ਸਬਜੈਕਟ ਹੈ ਜਾਂ ਫੇਵਰੇਟ ਸਵਾਲ ਨੇ ਕੁਝ ਤੁਹਾਡੇ ਪਸੰਦੀਦਾ, ਤਾਂ ਉਹ ਸਵਾਲਾਂ ਦੇ ਜਵਾਬ ਲਈ ਤੁਸੀਂ ਕਿਤਾਬਾਂ ਵੱਲ ਨੂੰ ਜ਼ਰੂਰ ਜਾਓ। ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਖਾਸ ਤੌਰ 'ਤੇ ਉਹਨਾਂ ਨਾਲ ਜਿਹੜੇ ਕਿਤਾਬਾਂ ਨਹੀਂ ਪੜ੍ਹਦੇ। ਉਹਨਾਂ ਨੂੰ ਫੋਰਸ ਕਰੋ ਇਹ ਵੀਡੀਓ ਨੂੰ ਦੇਖਣ ਲਈ, ਸ਼ਾਇਦ ਉਹਨਾਂ ਦੇ ਇੱਕ ਦਿਮਾਗ ਦੇ ਵਿੱਚ ਘੰਟੀ ਵੱਜੇ ਤੇ ਕਿਤਾਬਾਂ ਪੜ੍ਹਨ ਲੱਗ ਜਾਣਾ। ਬਾਕੀ ਕਿਤਾਬਾਂ ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਉਪਰਾਲੇ ਨੂੰ ਦੂਜਿਆਂ ਤੱਕ ਸ਼ੇਅਰ ਜ਼ਰੂਰ ਕਰੋ। ਫੀਡਬੈਕ ਜ਼ਰੂਰ ਦੇਣਾ ਕਿ ਵੀਡੀਓ ਕਿਵੇਂ ਲੱਗੀ ਹੈ, ਕੀ ਕਮੀ ਰਹਿ ਗਈ ਜਾਂ ਕੀ ਸਵਾਲ ਤੁਹਾਡਾ ਹੋਰ ਇਹਦੇ ਵਿੱਚ ਉੱਭਰ ਗਿਆ। ਕਿਉਂਕਿ ਜਿੰਨਾ ਆਪਾਂ ਬੋਲਦੇ ਹਾਂ, ਜਿੰਨਾ ਆਪਾਂ ਪੜ੍ਹਦੇ ਹਾਂ, ਤਾਂ ਉਹ ਹੋਰ ਸਵਾਲ ਉੱਠਦੇ ਨੇ ਉਹਦੇ ਵਿੱਚੋਂ। ਤੇ ਅੱਜ ਦੀ ਵੀਡੀਓ ਲਈ ਇੰਨਾ ਹੀ, ਤੇ ਜ਼ਿੰਦਗੀ ਜ਼ਿੰਦਾਬਾਦ।